ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ ਮੈਂ ਆਪਣੀ ਬੀਤੀ ਰਿਪੋਰਟ ਵਿੱਚ ਜ਼ਿਕਰ ਕੀਤਾ ਸੀ ਕਿ ਭਾਰਤੀ ਜਾਂਚ ਏਜੰਸੀਆਂ ਦੇ ਹੱਥ ਲਗਾਤਾਰ ਇੱਕ ਤੋਂ ਬਾਅਦ ਇੱਕ ਲੱਗ ਰਹੀਆਂ ਕਾਮਯਾਬੀਆਂ। ਵਿਦੇਸ਼ਾਂ ਦੇ ਵਿੱਚੋਂ ਆਪਰੇਟ ਕਰਨ ਵਾਲੇ ਕ੍ਰਿਮੀਨਲਸ ਤੇ ਗੈਂਗਸਟਰ ਨੂੰ ਭਾਰਤ ਵਿੱਚ ਡਿਪੋਰਟ ਤੇ ਐਕਸਟ੍ਰਾਡਾਈਟ ਕਰਾਉਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਤੇ ਇਸੇ ਲੜੇ ਦੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਵਿਕਰਮਜੀਤ ਸਿੰਘ ਬਰਾੜ ਦੀ ਡਿਪੋਰਟੇਸ਼ਨ ਤੋਂ ਬਾਅਦ ਹੁਣ ਦੋ ਹੋਰ ਖਤਰਨਾਕ ਗੈਂਗਸਟਰਾਂ ਨੂੰ ਫਿਲੀਪਾਈਨਸ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਉਣ ਦੇ ਵਿੱਚ NIA ਕਾਮਯਾਬ ਹੋਈ ਹੈ ਤੇ 10 ਅਗਸਤ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਉਸ ਵਕਤ ਹੁੰਦੀ ਹੈ ਜਦੋਂ ਅਰਸ਼ਦੀਪ ਡਾਲਾ ਉਹ ਗੈਂਗਸਟਰ ਟਰਨਡ ਅੱਤਵਾਦੀ ਜੋ ਕਿ ਇੱਕ ਇੰਡੀਵਿਜੂਅਲ ਟੈਰਰਿਸਟ ਡੈਜ਼ਿਗਨੇਟ ਕੀਤਾ ਗਿਆ ਸੀ ਇਸੇ ਸਾਲ ਮਿਨਿਸਟਰੀ ਆਫ ਹੋਮ ਅਫੇਅਰਸ ਭਾਰਤ ਵੱਲੋਂ। ਉਸ ਦੇ ਫਿਲੀਪੀਨਸ ਮੋਡਿਊਲ ਦੇ ਦੋ ਸਭ ਤੋਂ ਐਕਟਿਵ ਗੈਂਗਸਟਰਾਂ ਮਨਪ੍ਰੀਤ ਸਿੰਘ ਪੀਤਾ ਤੇ ਉਸਦੇ ਭਰਾ ਮਨਦੀਪ ਸਿੰਘ ਨੂੰ ਫਿਲੀਪੀਨਸ ਤੋਂ ਡਿਪੋਰਟ ਕਰਵਾਇਆ ਗਿਆ। 10 ਅਗਸਤ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਪਹੁੰਚਦਿਆਂ ਹੀ ਮਨਪ੍ਰੀਤ ਪੀਤੇ ਅਤੇ ਮਨਦੀਪ ਜੋ ਕਿ ਭੋਈਆਂ ਵਾਲਾ ਫਿਰੋਜ਼ਪੁਰ ਦੇ ਰਹਿਣ ਵਾਲੇ ਹੈਗੇ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਰਸ਼ਦੀਪ ਡਾਲਾ ਲਈ ਇੱਕ ਬਹੁਤ ਵੱਡਾ ਸੈਟਬੈਕ ਸੀ। ਆਪਾਂ ਅੱਜ ਤੋਂ 5 ਮਹੀਨੇ ਪਹਿਲਾਂ ਮਾਰਚ ਦੇ ਮਹੀਨੇ ਦੇ ਵਿੱਚ ਰਿਪੋਰਟ ਬਣਾਈ ਸੀ ਜਿਸ ਵਿੱਚ ਵੇਰਵੇ ਸਹਿਤ ਦੱਸਿਆ ਸੀ ਕਿ ਕਿਵੇਂ ਫਿਲੀਪਾਈਨਸ ਦੇ ਫਿਊਜੀਟਿਵ ਸਰਚ ਯੂਨਿਟ ਅਤੇ ਬਿਊਰੋ ਆਫ ਇਮੀਗ੍ਰੇਸ਼ਨ ਦੀ ਮਦਦ ਨਾਲ ਉੱਥੋਂ ਦੇ ਸਪੌਟ ਕਮਾਂਡੋਜ਼ ਦੇ ਜਿਹੜੇ ਆਪਰੇਸ਼ਨ ਕੀਤੇ ਗਏ ਉਹਨਾਂ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ। ਮਾਰਚ ਦੇ ਮਹੀਨੇ ਦੇ ਵਿੱਚ ਮੇਰੀ ਜਿਹੜੀ ਵੀਡੀਓ ਰਿਪੋਰਟ ਬਣੀ ਸੀ ਉਸ ਵਿੱਚ ਆਪਾਂ ਸਾਰਾ ਦਾ ਸਾਰਾ ਵੇਰਵਾ ਉਸ ਕਮਾਂਡੋ ਆਪਰੇਸ਼ਨ ਦਾ ਦਿੱਤਾ ਸੀ ਜੋ ਕਿ 7 ਤੇ 8 ਮਾਰਚ ਦੀ ਦਰਮਿਆਨੀ ਰਾਤ ਨੂੰ ਫਿਲੀਪੀਨਸ ਦੇ ਇੱਕ ਸ਼ਹਿਰ ਇਲੂਇਲੂ ਵਿਖੇ ਹੋਇਆ ਸੀ। ਇੱਕ ਕੰਪਰੀਹੈਂਸਿਵ ਆਪਰੇਸ਼ਨ ਜਿਸ ਦੇ ਵਿੱਚ ਕਾਫੀ ਜ਼ਿਆਦਾ ਇਨਪੁਟਸ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਅਤੇ ਇਨਵੋਲਵਮੈਂਟ ਜਿਹੜੀ ਇੰਟਰਵੈਂਸ਼ਨ ਕੀਤੀ ਗਈ ਸੀ ਇਸ ਆਪਰੇਸ਼ਨ ਦੇ ਵਿੱਚ ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਵੱਲੋਂ ਕੀਤੀ ਗਈ ਸੀ। ਇੱਕ ਚਿੱਠੀ ਵੱਖਰੇ ਤੌਰ ਦੇ ਉੱਤੇ ਫਿਲੀਪੀਨ ਸਰਕਾਰ ਨੂੰ ਲਿਖੀ ਗਈ FBI ਵੱਲੋਂ NIA ਵੱਲੋਂ ਉਹ ਸਾਰੇ ਦੇ ਸਾਰੇ ਅਪਰਾਧਿਕ ਮਾਮਲੇ ਜਿਨ੍ਹਾਂ ਦੇ ਵਿੱਚ ਮਨਪ੍ਰੀਤ ਪੀਤਾ ਅੰਮ੍ਰਿਤਪਾਲ ਐਮੀ ਅਮਰੀਕ ਸਿੰਘ ਅਤੇ ਮਨਦੀਪ ਸਿੰਘ ਇਹ ਚਾਰ ਅਰਸ਼ਦੀਪ ਡਾਲਾ ਗੈਂਗ ਦੇ ਜਿਹੜੇ ਗੈਂਗਸਟਰ ਹੈਗੇ ਨੇ ਇਨਵੋਲਵ ਰਹੇ ਨੇ ਇਹ ਡਿਟੇਲ ਸਾਂਝੀਆਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਇੱਕ ਆਪਰੇਸ਼ਨ ਹੋਇਆ। ਦੋ ਅਲੱਗ-ਅਲੱਗ ਥਾਂ ਸਨ ਇਲੂ ਸ਼ਹਿਰ ਦੇ ਵਿੱਚ ਜਿੱਥੇ ਕਿ ਛਾਪੇਮਾਰੀ ਕਰਕੇ ਇਹ ਚਾਰਾਂ ਦੇ ਚਾਰੋਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਅੱਜ ਤੋਂ 5 ਮਹੀਨੇ ਪਹਿਲਾਂ ਉਹ ਰਿਪੋਰਟ ਆਪਾਂ ਨਸ਼ਰ ਕੀਤੀ ਸੀ। ਇਸ ਰਿਪੋਰਟ ਦੇ ਬਣਨ ਤੋਂ 2 ਮਹੀਨੇ ਬਾਅਦ ਅੰਮ੍ਰਿਤਪਾਲ ਐਮੀ ਅਤੇ ਅਮਰੀਕ ਸਿੰਘ ਨੂੰ ਭਾਰਤ ਦੇ ਵਿੱਚ ਡਿਪੋਰਟ ਕਰਕੇ ਲਿਆਂਦਾ ਗਿਆ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹੀ NIA ਦੀ ਟੀਮਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਤੋਂ ਪੁੱਛਗਿੱਛ ਹੋਈ ਜਿਸ ਤੋਂ ਬਾਅਦ ਵਿਆਪਕ ਪੱਧਰ ਉੱਤੇ ਛਾਪੇਮਾਰੀ ਹੋਈ। ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ NIA ਨੇ ਪੰਜਾਬ ਦੇ ਵਿੱਚ ਦਰਜਨਾਂ ਦੀ ਗਿਣਤੀ ਦੇ ਵਿੱਚ ਅਜਿਹੀਆਂ ਥਾਵਾਂ ਦੇ ਉੱਤੇ ਲੋਕੇਸ਼ਨਸ ਦੇ ਉੱਤੇ ਛਾਪੇ ਮਾਰੇ ਜੋ ਕਿ ਅਰਸ਼ਦੀਪ ਡਾਲਾ ਦੇ ਹਵਾਲਾ ਦੇ ਜ਼ਰੀਏ ਪੈਸੇ ਨੂੰ ਰੂਟ ਕਰਨ ਫਿਰੌਤੀਆਂ ਦੇ ਰੰਗਦਾਰੀਆਂ ਦੀ ਵਸੂਲੀ ਦਾ ਜਿਹੜਾ ਪੈਸੇ ਦੇ ਰੂਟ ਕਰਾਉਣ ਦੇ ਸਰਕਟ ਸਨ। ਇਹਨਾਂ ਤੋਂ ਇਲਾਵਾ ਇਸ ਗੈਂਗ ਲਈ ਫੁੱਟ ਆਪਰੇਟਿਵ ਦੇ ਰੂਪ ਵਿੱਚ ਕੰਮ ਕਰਨ ਵਾਲੇ ਹੋਰ ਵੀ ਗੁਰਗਿਆਂ ਦੀ ਪਾਲ ਦੇ ਵਿੱਚ NIA ਨੇ ਛਾਪੇਮਾਰੀ ਕੀਤੀ ਲੇਕਿਨ ਮੁੱਖ ਤੌਰ ਤੇ NIA ਦੀ ਜਿਹੜੀ ਤਫਤੀਸ਼ ਦਾ ਦਾਇਰਾ ਸੀ ਉਹ ਇਸ ਪੂਰੇ ਦੇ ਪੂਰੇ ਗੈਂਗ ਦੀ ਇਸ ਪੂਰੇ ਦੇ ਪੂਰੇ ਕ੍ਰਿਮੀਨਲ ਨੈਕਸਸ ਦੀ ਪੈਸੇ ਦੀ ਜਿਹੜੀ ਰੂਟਿੰਗ ਸੀ ਜਿਸ ਜ਼ਰੀਏ ਇਹ ਪੈਸਾ ਬਾਹਰ ਭੇਜਦੇ ਨੇ ਪੈਸੇ ਨੂੰ ਕਿਵੇਂ ਚੈਨਲਾਈਜ਼ ਕੀਤਾ ਜਾਂਦਾ ਹੈ ਇਸ ਪਾਲ ਦੇ ਵਿੱਚ NIA ਨੇ ਇਹ ਸਾਰਾ ਦਾ ਸਾਰਾ ਕੰਮ ਕੀਤਾ। ਲੇਕਿਨ ਜਿੱਥੇ ਸੀਮਿਤ ਪੱਧਰ ਉੱਤੇ NIA ਨੂੰ ਕਾਮਯਾਬੀ ਮਈ ਦੇ ਮਹੀਨੇ ਜਾਂ ਜੂਨ ਵਿੱਚ ਮਿਲਣੀ ਸ਼ੁਰੂ ਹੋ ਚੁੱਕੀ ਸੀ ਉੱਥੇ ਸਭ ਤੋਂ ਵੱਡਾ ਚੈਲੰਜ ਤੇ ਚੁਣੌਤੀ NIA ਲਈ ਸੀ ਕਿ ਮਨਪ੍ਰੀਤ ਪੀਤੇ ਅਤੇ ਮਨਦੀਪ ਸਿੰਘ ਜੋ ਕਿ ਫਿਲੀਪੀਨਸ ਦੀ ਹੀ ਜੇਲ੍ਹ ਦੇ ਵਿੱਚ ਉੱਥੋਂ ਦੇ ਹੀ ਡਿਟੈਂਸ਼ਨ ਸੈਂਟਰ ਦੇ ਵਿੱਚ ਰਹਿ ਗਏ ਸਨ ਉਹਨਾਂ ਨੂੰ ਭਾਰਤ ਕਿਵੇਂ ਲਿਆਂਦਾ ਜਾਏ ਕਿਉਂਕਿ ਮਨਪ੍ਰੀਤ ਸਿੰਘ ਪੀਤੇ ਦੇ ਖਿਲਾਫ ਇੱਕ ਸ਼ਖਸ ਉੱਤੇ ਗੋਲੀ ਚਲਾਉਣ ਦਾ ਜਿਸ ਦਾ ਮੈਂ ਜ਼ਿਕਰ ਆਪਣੀ ਪਿਛਲੀ ਰਿਪੋਰਟ ਵਿੱਚ ਵੀ ਕੀਤਾ ਸੀ ਉਹ ਕੇਸ ਫਿਲੀਪੀਨਸ ਦੇ ਵਿੱਚ ਚੱਲਦਾ ਪਿਆ ਸੀ ਜਿਸ ਦੇ ਚੱਲਦਿਆਂ ਉਸ ਦੀ ਐਕਸਟ੍ਰਾਡੀਸ਼ਨ ਜਾਂ ਡਿਪੋਰਟੇਸ਼ਨ ਫਿਲਹਾਲ ਸੰਭਵ ਨਹੀਂ ਸੀ ਕਿਉਂਕਿ ਜਦੋਂ ਕੋਈ ਕ੍ਰਿਮੀਨਲ ਕੇਸ ਕਿਸੇ ਮੁਲਕ ਦੇ ਵਿੱਚ ਚੱਲਦਾ ਪਿਆ ਹੋਵੇ ਉਸ ਦੇ ਨਵੇੜੇ ਤੋਂ ਪਹਿਲਾਂ ਇਹ ਲੋਕਾਂ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ। ਇਸ ਤਰੀਕੇ ਦਾ ਇੱਕ ਪ੍ਰੋਸੀਜਰ ਹੈ। ਸੋ ਇਸ ਅੜਚਨ ਦੇ ਚੱਲਦਿਆਂ ਇਹਨਾਂ ਨੂੰ ਵਾਪਸ ਨਹੀਂ ਸੀ ਲਿਆਂਦਾ ਜਾ ਸਕਦਾ। ਸੋ ਇੱਕ ਪਾਸੇ ਭਾਰਤੀ ਜਾਂਚ ਏਜੰਸੀਆਂ ਤੇ ਪੰਜਾਬ ਪੁਲਿਸ ਦਾ ਜ਼ੋਰ ਜਿੱਥੇ ਅਰਸ਼ਦੀਪ ਡਾਲੇ ਦੀ ਤਲਾਸ਼ ਦੇ ਵਿੱਚ ਲੱਗਾ ਹੋਇਆ ਹੈ ਜੋ ਕਿ ਕੈਨੇਡਾ ਦੇ ਵਿੱਚੋਂ ਬੈਠ ਕੇ ਆਪਣੇ ਆਪਰੇਸ਼ਨਸ ਨੂੰ ਹੈਂਡਲ ਕਰਦਾ ਪਿਆ ਹੈ। ਖਾਲਿਸਤਾਨ ਟਾਈਗਰ ਫੋਰਸ ਦੇ ਨਾਲ ਉਸ ਦੇ ਸੰਪਰਕਾਂ ਦੇ ਜ਼ਰੀਏ ਜਾਂ ਉਸ ਦੇ ਕੰਟੈਕਟਸ ਦੇ ਕਾਰਨ ਉਸ ਦਾ ਨਾਂ ਭਾਵੇਂ ਟਾਰਗੇਟਡ ਕਿਲਿੰਗਸ ਦੀਆਂ ਵਾਰਦਾਤਾਂ ਵਿੱਚ ਆਇਆ ਹੋਵੇ ਜਾਂ ਫਿਰ ਫਿਰੌਤੀ ਅਤੇ ਰੰਗਦਾਰੀ ਦੀ ਵਸੂਲੀ ਜੋ ਕਿ ਮੋਗੇ ਜਗਰਾਓਂ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਧੜੱਲੇ ਦੇ ਨਾਲ ਅੱਜ ਵੀ ਉਹ ਕਰਦਾ ਆ ਰਿਹਾ ਹੈ। ਇਹਨਾਂ ਸਾਰੇ ਅਪਰਾਧਿਕ ਮਾਮਲਿਆਂ ਦੇ ਵਿੱਚ ਉਸ ਦੀ ਤਲਾਸ਼ ਦੇ ਵਿੱਚ ਜਿੱਥੇ ਸੀਮਿਤ ਪੱਧਰ ਦੀ ਹੀ ਕਾਮਯਾਬੀ ਫਿਲਹਾਲ ਜਾਂਚ ਏਜੰਸੀਆਂ ਨੂੰ ਮਿਲ ਸਕੀ ਹੈ ਉੱਥੇ ਹੀ ਮਨਪ੍ਰੀਤ ਪੀਤੇ ਮੋਡਿਊਲ ਤੇ ਮਨਪ੍ਰੀਤ ਪੀਤੇ ਤੇ ਉਸਦੇ ਭਰਾ ਮਨਦੀਪ ਨੂੰ ਭਾਰਤ ਵਿੱਚ ਲੈ ਕੇ ਆਣਾ ਇੱਕ ਬਹੁਤ ਵੱਡਾ ਚੈਲੰਜ ਸੀ। ਇੱਥੇ ਮੈਂ ਇਹ ਵੀ ਜ਼ਿਕਰ ਕਰਨਾ ਚਾਹਾਂਗਾ ਕਿ ਮਾਰਚ ਦੇ ਵਿੱਚ ਮੇਰੀਆਂ ਵੀਡੀਓ ਰਿਪੋਰਟਸ ਬਣਨ ਤੋਂ ਬਾਅਦ ਮਨਪ੍ਰੀਤ ਪੀਤੇ ਦੇ ਵਕੀਲ ਦੇ ਜ਼ਰੀਏ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ਾਂ ਹੋਈਆਂ ਲੇਕਿਨ ਇਤਫਾਕ ਕੁਝ ਅਜਿਹਾ ਬਣਿਆ ਕਿ 2 ਦਿਨ ਲਗਾਤਾਰ ਮੈਂ ਉਹ ਕਾਲਸ ਨੂੰ ਅਟੈਂਡ ਨਹੀਂ ਕਰ ਪਾਇਆ ਜਦੋਂ ਕਿ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਜਾਂ ਤਾਂ ਆਪਣਾ ਪੱਖ ਦੇਣਾ ਚਾਹ ਰਹੇ ਸੀ ਜਾਂ ਕੋਈ ਗੱਲ ਐਸੀ ਕਰਨਾ ਜ਼ਰੂਰ ਚਾਹ ਰਹੇ ਸੀ। ਲੇਕਿਨ ਮਨਪ੍ਰੀਤ ਪੀਤਾ ਇਹ ਮੰਨਿਆ ਜਾਂਦਾ ਹੈ ਕਿ ਅਪ੍ਰੈਲ 2023 ਯਾਨੀ ਕਿ
ਨੇਵਲ ਡਿਟੈਂਸ਼ਨ ਸੈਂਟਰ ਤੋਂ ਬਾਅਦ ਉਸ ਨੂੰ ਦੱਸਿਆ ਜਾਂਦਾ ਹੈ ਕਿ ਇੱਕ ਬਾਇਕੋਟਾਨ ਜੇਲ੍ਹ ਹੈ, ਉਹ ਵੀ ਡਿਟੈਂਸ਼ਨ ਸੈਂਟਰ ਹੈ ਜੋ ਕਿ ਮੈਟਰੋ ਮਨੀਲਾ ਦੇ ਇਲਾਕੇ ਦੇ ਵਿੱਚ ਹੈ, ਉੱਥੇ ਉਸ ਨੂੰ ਸ਼ਿਫਟ ਕੀਤਾ ਜਾਂਦਾ ਹੈ, ਜਿੱਥੋਂ ਕਿ ਮਨਪ੍ਰੀਤ ਪੀਤੇ ਅਤੇ ਮਨਦੀਪ ਜੋ ਕਿ ਹੁਣ 2 ਹੀ ਬੰਦੇ ਰਹਿ ਚੁੱਕੇ ਸਨ ਮਈ ਜਾਂ ਜੂਨ ਤੋਂ ਬਾਅਦ, ਇਹਨਾਂ ਨੇ ਇੱਕ ਵਾਰ ਫੇਰ ਸੰਗਠਿਤ ਅਪਰਾਧ ਦੀ ਆਪਣੀ ਉਹਨਾਂ ਹੀ ਕਾਰਵਾਈਆਂ ਤੇ ਐਕਟੀਵਿਟੀਜ਼ ਨੂੰ ਜਾਰੀ ਰੱਖਿਆ। ਹੁਣ ਇੱਕ ਬਹੁਤ ਹੀ ਚਿੰਤਾ ਭਰੀ ਤੇ ਹੈਰਾਨੀ ਦੀ ਗੱਲ ਵੀ ਸੀ ਕਿ ਫਿਲੀਪੀਨਸ ਦੀਆਂ ਜੇਲ੍ਹਾਂ ਤੋਂ ਬੈਠ ਕੇ ਵੀ ਮਨਪ੍ਰੀਤ ਪੀਤੇ ਦੇ ਗਰਾਊਂਡ ਆਪਰੇਟਿਵਸ, ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ ਦੇ ਗੁਰਗਿਆਂ ਦੇ ਨਾਲ ਸੰਪਰਕ ਹੋਣ ਦੇ ਕਈ ਅਜਿਹੇ ਸੰਕੇਤ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਮਿਲੇ। till the time he has been deported back to India। ਲੇਕਿਨ ਮਨਪ੍ਰੀਤ ਪੀਤਾ ਇਹ ਮੰਨਿਆ ਜਾ ਰਿਹਾ ਸੀ ਕਿ ਜਦੋਂ ਮਾਰਚ ਦੇ ਵਿੱਚ ਆਪਾਂ ਰਿਪੋਰਟ ਬਣਾਈ ਸੀ, ਇਹ ਆਪਣਾ ਅੰਦਾਜ਼ਾ ਸੀ ਕਿ ਅਰਸ਼ਦੀਪ ਡਾਲੇ ਦੇ ਇਸ ਫਿਲੀਪੀਨ ਮੋਡਿਊਲ ਦੇ ਖਤਮ ਹੋਣ ਜਾਂ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਾਫੀ ਹੱਦ ਤੱਕ ਰਾਹਤ ਲੋਕਾਂ ਨੂੰ ਮਿਲੇਗੀ, ਫਿਰੌਤੀਆਂ ਦੀ, ਰੰਗਦਾਰੀਆਂ ਦੀ ਵਸੂਲੀ ਲਈ ਕਾਲਾਂ ਕੱਟਣਗੀਆਂ, ਕਿਉਂਕਿ ਇਹੀ ਉਹ ਮੇਨ ਮੋਡਿਊਲ ਸੀ ਜਿਸ ਦੇ ਜ਼ਰੀਏ ਫੋਨ ਰੂਟ ਕੀਤੇ ਜਾਂਦੇ ਸੀ, ਪੈਸੇ ਦਾ ਲੈਣ ਦੇਣ ਹੁੰਦਾ ਸੀ, ਹਵਾਲਾ ਦੇ ਜ਼ਰੀਏ ਟ੍ਰਾਂਜੈਕਸ਼ਨਸ ਕੀਤੀਆਂ ਜਾਂਦੀਆਂ ਸਨ ਲੋਕਾਂ ਨੂੰ, ਜਿੱਥੇ ਧਮਕੀ ਦਵਾਣੀ ਹੁੰਦੀ ਸੀ, ਜਾਂ ਫਿਰ ਅਰਸ਼ਦੀਪ ਡਾਲੇ ਦਾ ਨਾਂ ਦੇ ਕੇ ਖੁਦ ਮਨਪ੍ਰੀਤ ਪੀਤਾ ਨਾ ਸਿਰਫ ਲੋਕਾਂ ਨੂੰ ਫੋਨ ਕਰ ਰਿਹਾ ਸੀ ਬਲਕਿ ਮੰਨਿਆ ਇਹ ਵੀ ਜਾਂਦਾ ਹੈ ਕਿ ਉਸ ਦੀ ਫੇਸਬੁੱਕ ਆਈਡੀ ਤੱਕ ਵੀ, ਯਾਨੀ ਕਿ ਅਰਸ਼ਦੀਪ ਡਾਲੇ ਦੀ ਜਿਹੜੀ ਫੇਸਬੁੱਕ ਆਈਡੀ ਹੈ ਉਸ ਨੂੰ ਵੀ ਮਨਪ੍ਰੀਤ ਪੀਤੇ ਨੇ ਬਣਾਇਆ ਤੇ ਆਪਰੇਟ ਕਰਦਾ ਰਿਹਾ। ਸੋ ਮਨਪ੍ਰੀਤ ਪੀਤਾ ਫਿਲੀਪੀਨਸ ਦੀ ਜੇਲ੍ਹਾਂ ਦੇ ਵਿੱਚੋਂ ਵੀ ਆਪਰੇਟ ਕਰਦਾ ਪਿਆ ਸੀ। ਇਸ ਚੀਜ਼ ਦੇ ਵੀ ਕਾਫੀ ਹੱਦ ਤੱਕ ਸੰਕੇਤ ਮਿਲ ਰਹੇ ਹੈਗੇ ਨੇ। ਇਸ ਦਾ ਇੱਕ ਬਹੁਤ ਵੱਡਾ ਸੰਕੇਤ ਅਰਸ਼ਦੀਪ ਡਾਲੇ ਦੀ ਉਸ ਪੋਸਟ ਜੋ ਕਿ ਫੇਸਬੁੱਕ ਦੇ ਆਪਣੇ ਆਈਡੀ ਤੋਂ, ਜੋ ਕਿ ਕੈਨੇਡਾ ਤੋਂ ਆਪਰੇਟ ਹੁੰਦੀ ਰਹੀ, ਜਿਸ ਨੂੰ ਕਿ ਕਾਫੀ ਸਮਾਂ ਮਨਪ੍ਰੀਤ ਪੀਤਾ ਵੀ ਆਪਰੇਟ ਕਰਦਾ ਰਿਹਾ। ਉਸ ਨੇ ਇਨਫੈਕਟ ਦੱਸਿਆ ਜਾਂਦਾ ਕਿ ਫੇਸਬੁੱਕ ਦੀ ਆਈਡੀ ਬਣਾਈ ਸੀ, ਉਸ ਦੇ ਵਿੱਚ ਅਰਸ਼ਦੀਪ ਡਾਲੇ ਨੇ ਕੁਝ ਦਿਨ ਪਹਿਲਾਂ ਇਹ ਲਿਖਿਆ ਹੈ ਕਿ ਮਨਪ੍ਰੀਤ ਪੀਤਾ ਇਸ ਪੋਸਟ ਦੇ ਜ਼ਰੀਏ ਜਾਂ ਇਸ ਆਈਡੀ ਦੇ ਜ਼ਰੀਏ ਕਈ ਲੋਕਾਂ ਦੇ ਨਾਲ, ਕਈ ਮੁੰਡਿਆਂ ਦੇ ਨਾਲ ਇਨ ਟੱਚ ਰਿਹਾ ਤੇ ਉਹ ਸਾਰੇ ਦੇ ਸਾਰੇ ਲੋਕ ਪਾਸੇ ਹੋ ਜਾਣ, ਆਪਣੇ ਆਪ ਨੂੰ ਸੇਵ ਕਰ ਲੈਣ। ਹੁਣ ਇਸ ਚੀਜ਼ ਦੀ ਵੈਰਾਸਿਟੀ, ਸਪੋਜ਼ ਦੀ ਵੈਰਾਸਿਟੀ ਨੂੰ ਤਾਂ ਆਪਾਂ ਕੋਰੋਬੋਰੇਟ ਨਹੀਂ ਕਰ ਸਕਦੇ ਕਿ ਇਹ ਸਹੀ ਪੋਸਟ ਹੈ ਨਹੀਂ ਪੋਸਟ ਹੈ, ਲੇਕਿਨ ਇਸ ਆਈਡੀ ਤੋਂ ਪਹਿਲਾਂ ਵੀ ਪੋਸਟਾਂ ਪੈਂਦੀਆਂ ਰਹੀਆਂ ਨੇ ਤੇ ਇੱਕ ਫੈਕਟ ਹੈ ਕਿ ਮਨਪ੍ਰੀਤ ਪੀਤਾ ਇਸ ਆਈਡੀ ਤੋਂ ਹੀ ਆਪਰੇਟ ਕਰਦਾ ਰਿਹਾ ਹੋ ਸਕਦਾ ਹੈ। ਤੇ ਜੇਲ੍ਹ ਦੇ ਵਿੱਚ ਬੈਠ ਕੇ ਉਸਨੇ ਨਾ ਸਿਰਫ ਫੋਨ ਦੀ ਵਰਤੋਂ ਕੀਤੀ ਬਲਕਿ ਸੋਸ਼ਲ ਮੀਡੀਆ ਦੇ ਜ਼ਰੀਏ ਹੋਰ ਜਿਹੜੀਆਂ ਵਾਰਦਾਤਾਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੋਈਆਂ ਉਹਨਾਂ ਦੇ ਵਿੱਚ ਵੀ ਉਸ ਦੀ ਇਨਵੋਲਵਮੈਂਟ ਹੋ ਸਕਦੀ ਹੈ। ਜਿੱਥੇ ਆਪਾਂ ਨੂੰ ਮਾਰਚ ਦੇ ਵਿੱਚ ਇਹ ਲੱਗ ਰਿਹਾ ਸੀ ਕਿ ਅਰਸ਼ਦੀਪ ਡਾਲੇ ਦੀਆਂ ਗਤੀਵਿਧੀਆਂ ਘਟਣਗੀਆਂ, ਕਿਉਂਕਿ ਇੱਥੇ ਮੈਂ ਇਹ ਵੀ ਜ਼ਿਕਰ ਕਰਨਾ ਚਾਹਾਂਗਾ ਕਿ ਸਿਰਫ ਇਹੀ ਫੈਕਟਰ ਨਹੀਂ ਸੀ। ਮਾਰਚ ਦੇ ਮਹੀਨੇ ਦੇ ਵਿੱਚ ਉਸਦੇ ਫਿਲੀਪੀਨਸ ਮੋਡਿਊਲ ਦੇ ਕਾਬੂ ਆਉਣ ਤੋਂ ਇਲਾਵਾ ਵੀ ਅਰਸ਼ਦੀਪ ਡਾਲੇ ਦੇ ਪਿਤਾ ਚਰਨਜੀਤ ਸਿੰਘ ਗਿੱਲ, ਉਹਨਾਂ ਨੂੰ ਵੀ ਕਈ ਕੇਸਾਂ ਦੇ ਵਿੱਚ ਪੁਲਿਸ ਨੇ ਰਿਮਾਂਡ ਉੱਤੇ ਲਿਆ ਹੈ ਤੇ ਕਈ ਨਵੇਂ ਪਰਚੇ ਜਿਹੜੇ ਅਰਸ਼ਦੀਪ ਡਾਲੇ ਦੇ ਪਿਤਾ ਉੱਤੇ ਦਰਜ ਕੀਤੇ ਗਏ ਨੇ। ਅਰਸ਼ਦੀਪ ਡਾਲੇ, ਉਸਦੇ ਪਿਤਾ ਤੇ ਉਸਦੇ ਭਰਾ ਦੇ ਖਿਲਾਫ ਕਈ, ਬਲਦੀਪ ਸਿੰਘ ਸ਼ਾਇਦ ਉਸਦੇ ਭਰਾ ਦਾ ਨਾਂ ਹੈ, ਜੋ ਕਿ ਦੱਸਿਆ ਜਾਂਦਾ ਹੈ ਕਿ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਫਰਜ਼ੀ ਪਾਸਪੋਰਟ ਦੇ ਉੱਤੇ ਨਿਕਲਣ ਦੇ ਵਿੱਚ ਕਾਮਯਾਬ ਰਿਹਾ ਹੈ। ਹੈਰਾਨੀ ਦੀ ਗੱਲ ਇਹ ਸੀ ਕਿ ਬਲਦੀਪ ਸਿੰਘ ਤੇ ਚਰਨਜੀਤ ਸਿੰਘ ਨੂੰ ਪਹਿਲਾਂ ਵੀ ਕੁਝ ਅਪਰਾਧਿਕ ਮੁਕੱਦਮਿਆਂ ਦੇ ਵਿੱਚ ਅਰਸ਼ਦੀਪ ਡਾਲੇ ਦੇ ਨਾਲ ਇਨਵੋਲਵ ਕੀਤਾ ਗਿਆ ਸੀ, ਉਸ ਦੇ ਨਾਲ ਨਾਮਜ਼ਦ ਕੀਤਾ ਗਿਆ ਸੀ, ਲੇਕਿਨ ਇਸ ਦੇ ਬਾਵਜੂਦ ਫਰਜ਼ੀ ਪਾਸਪੋਰਟ ਬਣਾ ਕੇ ਅਰਸ਼ਦੀਪ ਡਾਲੇ ਦਾ ਭਰਾ ਆਸਟ੍ਰੇਲੀਆ ਨਿਕਲ ਜਾਂਦਾ ਹੈ ਤੇ ਉਸਦੇ ਜਿਹੜੇ ਪਿਤਾ ਚਰਨਜੀਤ ਗਿੱਲ ਹੈਗੇ ਨੇ ਉਹਨਾਂ ਨੂੰ ਕਈ ਹੋਰ ਕੇਸਿਸ ਦੇ ਵਿੱਚ ਰਿਮਾਂਡ ਦੇ ਉੱਤੇ ਪੁਲਿਸ ਨੇ ਲਿਆ ਕੇ ਇੰਪਲੀਕੇਟ ਕੀਤਾ ਹੈ, ਨੋਮੀਨੇਟ ਕੀਤਾ ਹੈ। ਸੋ ਅਰਸ਼ਦੀਪ ਡਾਲੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਸੀ, ਲੇਕਿਨ ਇਸ ਦੇ ਬਾਵਜੂਦ ਇਸ ਪੂਰੇ ਦੇ ਪੂਰੇ ਇਲਾਕੇ ਦੇ ਵਿੱਚ, ਮੋਗਾ, ਜਗਰਾਓਂ, ਫਿਰੋਜ਼ਪੁਰ ਦਾ ਜਿਹੜਾ ਇਲਾਕਾ ਹੈ, ਉੱਥੇ ਅਪਰਾਧਿਕ ਗਤੀਵਿਧੀਆਂ ਰੁਕ ਨਹੀਂ ਰਹੀਆਂ ਸਨ। ਆੜਤੀਆਂ ਨੂੰ, ਵਪਾਰੀਆਂ ਨੂੰ, ਬਿਜ਼ਨਸਮੈਨ ਨੂੰ ਡੇਲੀ ਜਿਹੜੇ ਕਾਲਸ ਆਉਣ ਦਾ ਸਿਲਸਿਲਾ, ਅਰਸ਼ਦੀਪ ਡਾਲੇ ਵੱਲੋਂ ਕਾਲ ਕੀਤੇ ਜਾਣ ਦਾ ਸਿਲਸਿਲਾ ਬਦਸਤੂਰ ਜਾਰੀ ਸੀ। ਇੱਕ ਗੱਲ ਜਿਹੜੀ ਮਨਪ੍ਰੀਤ ਪੀਤੇ ਅਤੇ ਅਰਸ਼ਦੀਪ ਦੇ ਆਪਸੀ ਸੰਬੰਧਾਂ ਦੇ ਸੰਦਰਭ ਵਿੱਚ ਨਵੀਂ ਉਭਰੀ, ਜੋ ਕਿ ਬਾਅਦ ਦੇ ਵਿੱਚ ਕੁਝ ਮਹੀਨੇ ਪਹਿਲਾਂ ਇਹ ਚੀਜ਼ ਦਾ ਇਸ਼ਾਰਾ ਮੈਨੂੰ ਹੋਣਾ ਸ਼ੁਰੂ ਹੋਇਆ ਸੀ, ਉਹ ਇਹ ਸੀ ਕਿ ਮਨਪ੍ਰੀਤ ਪੀਤਾ ਅੰਡਰਵਰਲਡ ਦੇ ਵਿੱਚ, ਸੰਗਠਿਤ ਅਪਰਾਧ ਦੇ ਵਿੱਚ ਅਰਸ਼ਦੀਪ ਡਾਲੇ ਤੋਂ ਵੱਡਾ ਨਾਂ ਬਣਨਾ ਚਾਹੁੰਦਾ ਸੀ। ਇਹੀ ਕਾਰਨ ਸੀ ਕਿ ਉਸਨੇ, ਕਿਉਂਕਿ ਅਰਸ਼ਦੀਪ ਡਾਲੇ ਦਾ ਇੱਕ ਬਹੁਤ ਲੰਮਾ ਚੌੜਾ ਖਾਸਾ ਨੈਟਵਰਕ ਜਿਹੜਾ ਸੀ, ਉਸ ਦੇ ਬਾਰੇ ਨਾ ਸਿਰਫ ਉਸ ਨੂੰ ਜਾਣਕਾਰੀ ਹੋ ਚੁੱਕੀ ਸੀ ਬਲਕਿ ਉਸ ਦਾ ਆਪਣਾ ਸਬ ਗੈਂਗ, ਆਪਾਂ ਆਪਣੀ ਮਾਰਚ ਦੀ ਰਿਪੋਰਟ ਦੇ ਵਿੱਚ ਵੀ ਜ਼ਿਕਰ ਕੀਤਾ ਸੀ, ਪੀਤੇ ਦੇ ਆਪਣੇ ਇਸ਼ਾਰੇ ਉੱਤੇ ਕੰਮ ਕਰਨ ਵਾਲੇ ਗੈਂਗਸਟਰ ਤੇ ਕ੍ਰਿਮੀਨਲਸ ਦੀ ਵੀ ਕੋਈ ਕਮੀ ਨਹੀਂ ਸੀ। ਉਸ ਦਾ ਜਿਹੜਾ ਆਪਣਾ ਸਬ ਗੈਂਗ ਆਪਰੇਟ ਕਰਦਾ ਸੀ, ਜਿਸ ਤਹਿਤ ਇੱਕ ਜਗਰਾਓਂ ਦੇ ਵਿੱਚ ਕੇਸ ਰਜਿਸਟਰ ਹੋਇਆ ਸੀ ਜਿੱਥੇ ਕਿ ਇੱਕ ਦੁਕਾਨਦਾਰ ਤੋਂ ਫਿਰੌਤੀ, ਰੰਗਦਾਰੀ ਵਸੂਲਣ ਦੀ ਕੋਸ਼ਿਸ਼ ਹੋਈ ਸੀ। ਬਾਅਦ ਦੇ ਵਿੱਚ ਪੁਲਿਸ ਨੇ ਟਰੈਪ ਲਾ ਕੇ ਉਹ ਲੋਕਾਂ ਨੂੰ ਕਾਬੂ ਕੀਤਾ, ਜਿੱਥੋਂ ਕਿ ਇਹਨਾਂ ਦੀ ਅਲੱਗ ਸਬ ਗੈਂਗ ਦੀ ਕੜੀ ਖੁੱਲੀ। ਅਰਸ਼ਦੀਪ ਡਾਲੇ ਅਤੇ ਮਨਪ੍ਰੀਤ ਪੀਤੇ ਦੇ ਆਪਸ ਦੇ ਜਿਹੜੇ ਸੰਬੰਧਾਂ ਨੂੰ ਲੈ ਕੇ ਵੀ ਇਹ ਚੀਜ਼ ਸਾਹਮਣੇ ਆਈ ਕਿ ਇਸ ਚੀਜ਼ ਉੱਤੇ ਇਤਰਾਜ਼ ਅਰਸ਼ਦੀਪ ਡਾਲੇ ਨੇ ਵੀ ਕੀਤੇ। ਮਨਪ੍ਰੀਤ ਪੀਤੇ ਦੀ ਬੇਲਗਾਮ ਹੁੰਦੀਆਂ ਜਾ ਰਹੀਆਂ ਗਤੀਵਿਧੀਆਂ ਦੇ ਨਾਲ ਅਰਸ਼ਦੀਪ ਡਾਲੇ ਨੂੰ ਵੀ ਦਿੱਕਤਾਂ ਹੋਈਆਂ, ਖਾਸ ਕਰਕੇ ਇਸ ਸਾਲ ਜਦੋਂ ਕਿ ਅਰਸ਼ਦੀਪ ਡਾਲੇ ਦੇ ਪਿਤਾ ਪੁਲਿਸ ਦੀਆਂ ਅਲੱਗ-ਅਲੱਗ ਰਿਮਾਂਡ ਉੱਤੇ ਜਾ ਰਹੇ ਸਨ। ਉਸ ਵਕਤ ਮਨਪ੍ਰੀਤ ਪੀਤਾ ਗ੍ਰਿਫਤਾਰੀ ਦੇ ਬਾਵਜੂਦ ਵੀ ਆਪਣੀਆਂ ਵਾਰਦਾਤਾਂ ਦੀ ਸਿਲਸਿਲਾ, ਫਿਰੌਤੀ ਦੀਆਂ ਕਾਲਸ ਦਾ ਜਿਹੜਾ ਸਿਲਸਿਲਾ ਬੰਦ ਨਹੀਂ ਹੋਇਆ। ਹੁਣ ਇਸ ਦਾ ਮਤਲਬ ਇਹ ਨਹੀਂ ਕਿ ਅਰਸ਼ਦੀਪ ਡਾਲੇ ਨੇ ਫਿਰੌਤੀ ਦੀਆਂ ਕਾਲਾਂ ਕਰਨੀਆਂ ਬੰਦ ਕਰਤੀਆਂ। ਈਵਨ ਐਜ਼ ਟੂਡੇ ਜਦੋਂ ਆਪਾਂ ਗੱਲ ਕਰਦੇ ਪਏ ਹਾਂ, ਇੰਨੀ ਦਬਿਸ਼, ਇੰਨੀ ਸਖਤੀ ਦੇ ਬਾਵਜੂਦ ਵੀ
ਅਰਸ਼ਦੀਪ ਡਾਲੇ ਵੱਲੋਂ ਕਾਲਸ ਜਾਂਦੀਆਂ ਨੇ ਲੋਕਾਂ ਤੋਂ, ਬਿਜ਼ਨਸਮੈਨ, ਵਪਾਰੀਆਂ ਤੋਂ। ਪੰਜਾਬ ਦੇ ਬਹੁਤ ਇਲਾਕਿਆਂ, ਕਈ ਸ਼ਹਿਰਾਂ, ਕਈ ਕਸਬਿਆਂ ਦੇ ਵਿੱਚ ਇਸ ਤਰੀਕੇ ਦੀਆਂ ਰੰਗਦਾਰੀ ਦੀਆਂ ਕਾਲਾਂ ਅੱਜ ਵੀ ਹੋ ਰਹੀਆਂ ਨੇ ਤੇ ਅਰਸ਼ਦੀਪ ਡਾਲਾ ਹੀ ਉਹ ਕਾਲਸ ਕਰ ਰਿਹਾ ਹੈ ਜਾਂ ਕਰਵਾ ਰਿਹਾ ਹੈ। ਲੇਕਿਨ ਮਨਪ੍ਰੀਤ ਪੀਤੇ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਜਿਹੜੀਆਂ ਕਾਲਾਂ ਕਰਦਾ ਸੀ, ਕਿਉਂਕਿ ਮਨਪ੍ਰੀਤ ਪੀਤੇ ਦਾ ਨਾਂ ਅੰਡਰਵਰਲਡ ਦੇ ਵਿੱਚ ਓਡਾ ਵੱਡਾ ਨਾਂ ਨਹੀਂ ਸੀ, ਉਸ ਦੇ ਵੱਲੋਂ ਵੀ ਕਾਲਾਂ ਅਰਸ਼ਦੀਪ ਡਾਲੇ ਦੇ ਨਾਂ ਉੱਤੇ ਕੀਤੀਆਂ ਜਾਂਦੀਆਂ ਰਹੀਆਂ। ਅਜਿਹੇ ਇਤਰਾਜ਼ ਅਰਸ਼ਦੀਪ ਡਾਲੇ ਵੱਲੋਂ ਮਨਪ੍ਰੀਤ ਪੀਤੇ ਨੂੰ ਕੀਤੇ ਵੀ ਗਏ। ਕਿਹਾ ਵੀ ਗਿਆ ਕਿ ਜਿਸ ਤਰੀਕੇ ਦੇ ਨਾਲ ਆਪਰੇਟ ਕਰਦਾ ਪਿਆ ਹੈ, ਅਰਸ਼ਦੀਪ ਡਾਲੇ ਦਾ ਨਾਂ ਇਸ ਤਰੀਕੇ ਦੀਆਂ ਰੰਗਦਾਰੀ ਦੀ ਕਾਲਾਂ ਲਈ ਉਹ ਵਰਤਦਾ ਆ ਰਿਹਾ ਹੈ, ਉਸ ਕਾਰਨ ਉਸਦੇ ਪਿਤਾ ਜੋ ਕਿ ਪੁਲਿਸ ਰਿਮਾਂਡਸ ਉੱਤੇ ਇੱਕ ਤੋਂ ਬਾਅਦ ਇੱਕ ਥਾਣਿਆਂ ਦੇ ਵਿੱਚ ਕੇਸ ਕਚਹਿਰੀਆਂ ਭੁਗਤਦੇ ਆ ਰਹੇ ਹੈਗੇ ਨੇ, ਉਹਨਾਂ ਲਈ ਕਾਫੀ ਦਿੱਕਤਾਂ ਖੜੀਆਂ ਹੋ ਰਹੀਆਂ ਨੇ। ਹੁਣ ਇਹ ਚੀਜ਼ ਅੰਦਰਲੇ ਖਾਤੇ ਹੋ ਰਹੀ ਸੀ, ਜਿਸ ਕਰਕੇ ਮੰਨਿਆ ਜਾਂਦਾ ਕਿ ਦੋਵਾਂ ਦੇ ਵਿੱਚ ਆਪਸੀ ਸੰਬੰਧ ਵੀ ਉਸ ਤਰੀਕੇ ਦੇ ਨਹੀਂ ਰਹੇ ਸਨ। ਲੇਕਿਨ ਮਨਪ੍ਰੀਤ ਪੀਤਾ ਕਿੱਡਾ ਖਤਰਨਾਕ ਆਪਰੇਟਿਵ ਹੈ, ਅਰਸ਼ਦੀਪ ਡਾਲੇ ਵੱਲੋਂ ਹੀ ਇਸ ਨੂੰ ਫਿਲੀਪੀਨਸ ਦੇ ਵਿੱਚ ਉਸ ਲੈਵਲ ਦੇ ਉੱਤੇ ਖੜਾ ਕੀਤਾ ਗਿਆ। ਲੇਕਿਨ ਇੱਕ ਸਮਾਂ ਐਸਾ ਆ ਚੁੱਕਾ ਸੀ ਜਦੋਂ ਕਿ ਅਰਸ਼ਦੀਪ ਡਾਲੇ ਦੇ ਪੂਰੇ ਨੈਟਵਰਕ ਦੇ ਬਾਰੇ ਇਸ ਨੂੰ ਨਾ ਸਿਰਫ ਚੰਗੀ ਜਾਣਕਾਰੀ ਸੀ, ਬਲਕਿ ਇਸਨੇ ਆਪਣੇ ਸਬ ਗੈਂਗਸ ਖੜੇ ਕਰ ਲਏ ਸੀ, ਆਪਣੇ ਕ੍ਰਿਮੀਨਲਸ ਨਾਲ ਜੋੜ ਲਏ ਸੀ। ਸੋ ਮਚ ਸੋ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਬਿਲਾਲ ਸੰਧੂ ਨਾਂ ਦਾ ਇੱਕ ਮੇਨ ਡਰੱਗਸ ਦਾ, ਆਰਮਸ ਦਾ ਸਮਗਲਰ ਹੈ, ਜੋ ਕਿ ਜ਼ਿਆਦਾਤਰ ਪੰਜਾਬ ਦੇ ਗੈਂਗਸਟਰ ਜਾਂ ਪੰਜਾਬ ਵਿੱਚ ਜਿਹੜੀ ਭਾਰਤ ਦੇ ਵਿੱਚ ਸਾਬੋਟਾਜ ਐਕਟੀਵਿਟੀਜ਼ ਨੂੰ ਫੰਡ ਕਰਦਾ ਹੈ। ਬਿਲਾਲ ਸੰਧੂ, ਇਸ ਦਾ ਨਾਂ ਪਹਿਲਾਂ ਵੀ ਪੰਜਾਬ ਪੁਲਿਸ ਜਾਂ ਫਿਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀਆਂ, ਭਾਰਤ ਦੀਆਂ ਜਾਂਚ ਏਜੰਸੀਆਂ ਦੇ ਰਡਾਰ ਉੱਤੇ ਰਿਹਾ ਹੈ। ਇਹੀ ਬਿਲਾਲ ਸੰਧੂ ਦੇ ਨਾਲ ਮਨਪ੍ਰੀਤ ਪੀਤਾ ਡਾਇਰੈਕਟ ਇਨ ਟੱਚ ਸੀ। ਮਨਪ੍ਰੀਤ ਪੀਤੇ ਵੱਲੋਂ ਅੰਜਾਮ ਦਵਾਈਆਂ ਗਈਆਂ ਅਪਰਾਧਿਕ ਵਾਰਦਾਤਾਂ ਦਾ ਪੁਲੰਦਾ NIA ਦੀ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਖੁੱਲੇਗਾ। ਚਾਹੇ ਤਾਂ ਵਾਰਦਾਤਾਂ ਅਰਸ਼ਦੀਪ ਡਾਲੇ ਦੇ ਲਈ ਉਸਨੇ ਅੰਜਾਮ ਦਿੱਤੀਆਂ, ਉਸਦੇ ਨਾਂ ਉੱਤੇ ਉਸਦਾ ਨਾਂ ਵਰਤ ਕੇ, ਜਾਂ ਫਿਰ ਇੰਡੀਪੈਂਡੈਂਟਲੀ ਆਪਣੇ ਪੱਧਰ ਉੱਤੇ ਇਹਨਾਂ ਵਾਰਦਾਤਾਂ ਨੂੰ ਉਸਨੇ ਅੰਜਾਮ ਦਵਾਇਆ, ਇਹ ਸਾਰੀ ਚੀਜ਼ਾਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਖੁੱਲਣਗੀਆਂ। ਲੇਕਿਨ ਇਸ ਵਕਤ ਜਦੋਂ ਆਪਾਂ ਗੱਲ ਕਰਦੇ ਪਏ ਹਾਂ, ਪੰਜਾਬ ਦੇ ਕਈ ਅਜਿਹੇ ਜ਼ਿਲ੍ਹੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਲੁਧਿਆਣਾ, ਮੋਗਾ, ਫਿਰੋਜ਼ਪੁਰ, ਜਗਰਾਓਂ ਤੇ ਇੱਕ ਪਾਰਟਿਕੂਲਰ ਜਿਹੜਾ ਸ਼ਹਿਰ ਹੈ ਤਲਵੰਡੀ ਪਾਈ ਕੇ ਕਸਬਾ। ਹੁਣ ਤਲਵੰਡੀ ਪਾਈ ਇਲਾਕੇ ਦੇ ਵਿੱਚ ਅਰਸ਼ਦੀਪ ਡਾਲੇ ਦੀ ਜਿਹੜੀ ਦਹਿਸ਼ਤ ਹੈ ਉਹ ਪਿਛਲੇ ਕਈ ਮਹੀਨਿਆਂ ਤੋਂ ਬਦਸਤੂਰ ਜਾਰੀ ਹੈ। ਤਲਵੰਡੀ ਪਾਈਕੇ ਦੇ ਇੱਕ ਸੁਨਿਆਰੇ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨਾ, ਉਸ ਤੋਂ ਬਾਅਦ ਉਸੇ ਸੁਨਿਆਰੇ ਦੇ ਘਰ ਦੇ ਉੱਤੇ ਗੋਲੀਆਂ ਚਲਵਾਉਣਾ, ਜਿਸਦਾ ਕਾਫੀ ਰੌਲਾ ਵੀ ਪਿਆ ਸੀ ਤੇ ਤਲਵੰਡੀ ਪਾਈਕੇ ਦੇ ਜਿਹੜੇ ਵਪਾਰੀ ਸੀ ਉਹਨਾਂ ਨੇ ਇੱਕ ਦਿਨ ਬਾਜ਼ਾਰ ਵੀ ਬੰਦ ਰੱਖੇ ਸੀ। ਉਸ ਤੋਂ ਬਾਅਦ 2 ਮਹੀਨੇ ਪਹਿਲਾਂ 23 ਜੂਨ 2023 ਦੀ ਉਹ ਘਟਨਾ ਹੈ ਜਿਸ ਵਿੱਚ ਤਲਵੰਡੀ ਪਾਈਕੇ ਦੇ ਹੀ ਇੱਕ ਆੜਤੀਏ ਦੀ ਦੁਕਾਨ ਉੱਤੇ ਗੋਲੀ ਚਲਾਈ ਗਈ। ਅੰਮ੍ਰਿਤ ਲਾਲ ਛਾਬੜਾ ਨਾਮ ਸ਼ਾਇਦ ਇਸ ਵਪਾਰੀ ਦਾ ਸੀ ਜਿਸ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਇਸ ਤੋਂ ਵੀ ਕੋਈ ਫਿਰੌਤੀ ਵਗੈਰਾ ਮੰਗੀ ਜ਼ਰੂਰ ਗਈ ਹੋਏਗੀ। ਉਸ ਤੋਂ ਬਾਅਦ ਇਸ ਦੀ ਦੁਕਾਨ ਉੱਤੇ ਭੇਜ ਕੇ ਗੋਲੀਆਂ ਚਲਵਾਤੀਆਂ ਜਾਂਦੀਆਂ ਨੇ। ਅੰਮ੍ਰਿਤ ਜਿਹੜਾ ਛਾਬੜਾ ਉਸ ਵਕਤ ਦੁਕਾਨ ਤੇ ਨਹੀਂ ਸੀ, ਲੇਕਿਨ ਉਹਨਾਂ ਦਾ ਇੱਕ ਹੋਰ ਜਿਹੜਾ ਸਾਥੀ ਸਹਿਯੋਗੀ ਸੀ ਪ੍ਰੇਮ ਕੁਮਾਰ, ਉਸ ਨੂੰ 5 ਗੋਲੀਆਂ ਮਾਰ ਕੇ 2 ਮੋਟਰਸਾਈਕਲ ਦੇ ਉੱਤੇ ਨਕਾਬਪੋਸ਼ ਹਮਲਾਵਰ ਨਿਕਲ ਜਾਂਦੇ ਹੈਗੇ ਨੇ। ਉਹ ਜਿਹੜੀ ਵਾਰਦਾਤ ਹੈ ਉਸ ਦੀ ਤਫਤੀਸ਼ ਜਾਰੀ ਹੈ ਤੇ ਉਸ ਨੂੰ ਵੀ ਕਿਤੇ ਨਾ ਕਿਤੇ ਅਰਸ਼ਦੀਪ ਡਾਲੇ ਤੇ ਇਸੇ ਮੋਡਿਊਲ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ, ਕਿਉਂਕਿ ਤਫਤੀਸ਼ਾਂ ਇਸ ਵਕਤ ਜਾਰੀ ਹੈਗੀਆਂ ਨੇ। ਸੋ ਇਸ ਵਕਤ ਵੀ ਪੰਜਾਬ ਦੇ ਵਿੱਚ ਫਿਰੌਤੀਆਂ ਤੇ ਰੰਗਦਾਰੀਆਂ ਦੀ ਵਸੂਲੀ ਦਾ ਜਿਹੜਾ ਗੋਰਖ ਧੰਦਾ ਅਰਸ਼ਦੀਪ ਡਾਲਾ ਕੈਨੇਡਾ ਤੋਂ ਬੈਠ ਕੇ ਚਲਾ ਰਿਹਾ ਹੈ, ਜਿਸ ਦੇ ਵਿੱਚ ਉਸਨੇ ਆਪਣੇ ਹੋਰ ਗੈਂਗਸਟਰ ਗੁਰਗੇ ਖੜੇ ਕੀਤੇ। ਮਨਪ੍ਰੀਤ ਪੀਤੇ ਦਾ ਜਿਹੜਾ ਉਭਾਰ ਹੈ 2019-20 ਤੋਂ ਸ਼ੁਰੂ ਹੁੰਦਾ ਹੈ। 2019-20 ਦੇ ਵਿੱਚ ਫਿਲੀਪਾਈਨਸ ਉਸ ਨੂੰ ਅਰਸ਼ਦੀਪ ਡਾਲਾ ਲੈ ਕੇ ਜਾਂਦਾ ਹੈ। ਫਰਜ਼ੀ ਪਾਸਪੋਰਟਾਂ ਜਾਂ ਜਿਸ ਵੀ ਪਛਾਣਾਂ ਦੇ ਉੱਤੇ ਇਹ ਲੋਕ ਫਿਲੀਪੀਨਸ ਪਹੁੰਚਦੇ ਨੇ, ਜਿੱਥੋਂ ਇਹਨਾਂ ਦੇ ਨਾਲ ਵਾਅਦੇ ਇਹ ਸੀ ਕਿ ਇਹਨਾਂ ਨੂੰ ਅੱਗੇ ਅਮਰੀਕਾ ਭੇਜਿਆ ਜਾਏਗਾ। ਲੇਕਿਨ ਫਿਲੀਪੀਨਸ ਦੇ ਵਿੱਚ ਵੀ ਇਹਨਾਂ ਵੱਲੋਂ ਪੁੱਠੇ ਸਿੱਧੇ ਕੰਮ ਸ਼ੁਰੂ ਕੀਤੇ ਗਏ, ਜਿਸ ਤੋਂ ਬਾਅਦ ਇਹ ਲੋਕ ਉੱਥੋਂ ਦੇ ਕਈ ਸਥਾਨਕ ਜਿਹੜੇ ਮੁਅੱਜ਼ਜ਼ ਲੋਕ ਸੀ ਉਹਨਾਂ ਦੀ ਨਜ਼ਰਾਂ ਦੇ ਵਿੱਚ ਆ ਚੁੱਕੇ ਸਨ, ਜਿਸ ਤੋਂ ਬਾਅਦ ਕਿ ਇਹਨਾਂ ਸੰਬੰਧੀ ਵੇਰਵੇ, ਇਹਨਾਂ ਸੰਬੰਧੀ ਜਾਣਕਾਰੀਆਂ ਸ਼ੇਅਰ ਕੀਤੀਆਂ ਗਈਆਂ। ਫਿਰ ਭਾਰਤ ਸਰਕਾਰ ਤੇ ਭਾਰਤ ਦੀ ਇਨਵੈਸਟੀਗੇਸ਼ਨ ਏਜੰਸੀਆਂ ਵੱਲੋਂ ਮਾਮਲੇ ਨੂੰ ਟੇਕਅਪ ਕੀਤਾ ਗਿਆ। ਅਮਰੀਕਾ ਦੀ ਮਦਦ, FBI ਦੀ ਮਦਦ ਵੀ ਲੋੜ ਪੈਣ ਉੱਤੇ ਲਈ ਗਈ, ਜਿਸ ਤੋਂ ਬਾਅਦ ਹੀ ਇਹ ਲੋਕਾਂ ਦੀ ਗ੍ਰਿਫਤਾਰੀਆਂ, ਡਿਟੈਂਸ਼ਨਸ ਤੇ ਹੁਣ ਇਹਨਾਂ ਦੀ ਡੀਪੋਰਟੇਸ਼ਨ ਸੰਭਵ ਹੋ ਪਾਈ ਹੈ। ਸੋ ਵੀ ਅਸਿਊਮ ਐਂਡ ਵੀ ਐਕਸਪੈਕਟ ਕਿ ਮਨਪ੍ਰੀਤ ਪੀਤਾ ਬਹੁਤ ਸੇ ਰਾਜ਼ ਖੋਲੇਗਾ, ਬਹੁਤ ਹੀ ਗੱਲਾਂ ਬਾਤਾਂ NIA ਦੇ ਸਾਹਮਣੇ ਹੋਰ ਖੁੱਲ ਕੇ ਨਸ਼ਰ ਹੋਣਗੀਆਂ ਤੇ ਇਸ ਦੌਰਾਨ ਇਹ ਜਿਹੜੀ ਆਪਸ ਦੇ ਵਿੱਚ ਇੱਕ ਕੋਲਡ ਵਾਰ ਜੀ ਸ਼ੁਰੂ ਹੋ ਚੁੱਕੀ ਸੀ, ਯਾਨੀ ਕਿ ਆਪਣੇ ਹੀ ਗੋਡਫਾਦਰ ਕਿਹਾ ਜਾ ਸਕਦਾ ਅਰਸ਼ਦੀਪ ਡਾਲਾ ਮਨਪ੍ਰੀਤ ਪੀਤੇ ਦਾ, ਆਪਣੇ ਹੀ ਗੋਡਫਾਦਰ ਨੂੰ ਪਿੱਛੇ ਛੱਡ ਕੇ ਸੰਗਠਿਤ ਅਪਰਾਧ ਦੇ ਵਿੱਚ ਇੱਕ ਵੱਡਾ ਗੈਂਗਸਟਰ ਬਣਨ ਦੀ ਜਿਹੜੀ ਚਾਹਤ ਸੀ ਮਨਪ੍ਰੀਤ ਪੀਤੇ ਦੀ, ਇਹ ਕਿਸ ਹੱਦ ਤੱਕ ਹੋਰ ਅੱਗੇ ਵੱਧ ਚੁੱਕੀ ਸੀ, ਇਸ ਚੀਜ਼ ਬਾਰੇ ਵੀ ਹੁਣ ਖੁਲਾਸੇ ਇਸ ਇਨਵੈਸਟੀਗੇਸ਼ਨ ਵਿੱਚ ਹੋਣ ਦੀ ਆਸ ਤੇ ਉਮੀਦ ਹੈ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਇਹੀ ਗੱਲਾਂ ਬਾਤਾਂ ਕਰਨੀਆਂ ਸੀ। ਬਾਕੀ ਬਹੁਤ ਜਿਹੜੀਆਂ ਨਿਟੀ-ਗ੍ਰਿਟੀਜ਼ ਤੇ ਡਿਟੇਲਸ ਹੈਗੀਆਂ ਨੇ, ਬਹੁਤ ਹੋਰ ਅਜਿਹੀਆਂ ਘੁੰਡੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਮੇਰੀਆਂ ਮਾਰਚ ਤੇ ਮਈ ਦੇ ਮਹੀਨਿਆਂ ਦੌਰਾਨ ਜਿਹੜੀਆਂ ਰਿਪੋਰਟਾਂ ਬਣੀਆਂ ਉਹਨਾਂ ਦੇ ਵਿੱਚ ਕਾਫੀ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ।
ਮਨਪ੍ਰੀਤ ਪੀਤੇ ਦੇ ਨਾਲ ਜਿਹੜਾ ਮਨਦੀਪ ਸਿੰਘ ਉਸ ਦਾ ਭਰਾ ਪੂਈਆਂ ਵਾਲਾ ਦਾ ਹੀ, ਉਹ ਵੀ ਰਹਿਣ ਵਾਲਾ ਫਿਰੋਜ਼ਪੁਰ ਦਾ ਦੱਸਿਆ ਜਾਂਦਾ ਹੈ, ਉਸ ਨੂੰ ਵੀ ਡਿਪੋਰਟ ਕਰਕੇ ਲਿਆਂਦਾ ਗਿਆ ਹੈ। ਇਸ ਦੀ ਇਨਵੋਲਵਮੈਂਟ ਉਸ ਲੈਵਲ ਦੇ ਉੱਤੇ ਇਸ ਪੂਰੀ ਦੀ ਪੂਰੀ ਅਪਰਾਧਿਕ ਖੇਡ ਦੇ ਵਿੱਚ ਸ਼ਾਇਦ ਉੱਡੀ ਨਾ ਹੋਵੇ। ਹਾਲਾਂਕਿ ਅੰਮ੍ਰਿਤਪਾਲ ਐਮੀ ਅਤੇ ਅਮਰੀਕ ਇਹ ਦੋਵੇਂ ਅਜਿਹੇ ਗੈਂਗਸਟਰ ਜੋ ਕਿ ਮਈ ਦੇ ਵਿੱਚ ਡਿਪੋਰਟ ਕਰਕੇ ਲਿਆਂਦੇ ਗਏ। ਇਹਨਾਂ ਦੇ ਵਿੱਚੋਂ ਐਮੀ ਜਿਹੜਾ ਸੀ ਉਹ ਸੁੱਖੇ ਦੁਨੇਕੇ ਦੇ ਨਾਲ ਵੀ ਇਨਵੋਲਵ ਸੀ, ਉਸ ਦੇ ਨਾਲ ਵੀ ਲਿੰਕ ਰਿਹਾ। ਸੋ ਸੁੱਖਾ ਦੁਨੇਕੇ ਤੇ ਅਰਸ਼ਦੀਪ ਡਾਲਾ ਜੋ ਕਿ ਪਹਿਲਾਂ ਜਾਂ ਕਾਫੀ ਦੇਰ ਲੰਮਾ ਸਮਾਂ ਤੱਕ ਇਕੱਠੇ ਕੰਮ ਕਰਦੇ ਰਹੇ, ਦੋਵਾਂ ਲਈ ਇਹ ਜਿਹੜੇ ਮਨਪ੍ਰੀਤ ਪੀਤਾ ਮੋਡਿਊਲ ਸੀ ਇਸ ਦੇ ਗੈਂਗਸਟਰ ਕੰਮ ਕਰਦੇ ਰਹੇ, ਆਪਸ ਦੇ ਵਿੱਚ ਸਾਂਝੇ ਤੌਰ ਤੇ ਇਹਨਾਂ ਨੇ ਕੰਮ ਕੀਤਾ। ਲੇਕਿਨ ਉਤਲੇ ਲੈਵਲ ਤੇ ਵੀ ਡਿਫਰੈਂਸਿਸ ਵਧੇ ਤੇ ਹੁਣ ਤਾਂ ਅਰਸ਼ਦੀਪ ਡਾਲੇ ਅਤੇ ਮਨਪ੍ਰੀਤ ਪੀਤੇ ਦੇ ਵਿੱਚ ਵੀ ਉਹ ਜਿਹੜੇ ਵਖਰੇਵੇਂ ਸੀ ਉਹ ਦਿਸਣੇ ਸ਼ੁਰੂ ਹੋ ਗਏ ਸਨ। ਸੋ ਕੁਝ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਤੇ ਇਨਫੋਰਮੇਸ਼ਨ ਹੈ ਜੋ ਕਿ ਇਸ ਵਕਤ ਤੱਕ ਮੈਂ ਤੁਹਾਡੇ ਸਾਹਮਣੇ ਲਿਆ ਪਾ ਰਿਹਾ। ਲੇਕਿਨ ਇਹ ਵੀ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਫਿਲੀਪੀਨਸ ਦੇ ਵਿੱਚ ਮਨਪ੍ਰੀਤ ਪੀਤੇ ਦੇ ਮੋਡਿਊਲ ਦਾ ਭੰਗ ਹੋਣਾ, ਉਹਨਾਂ ਦੀ ਡਿਪੋਰਟੇਸ਼ਨ, ਗ੍ਰਿਫਤਾਰੀਆਂ ਤੋਂ ਬਾਅਦ ਭਾਰਤ ਉਹਨਾਂ ਨੂੰ ਲਿਆਂਦਾ ਜਾਣਾ ਅੰਤ ਨਹੀਂ ਹੈ। ਅਰਸ਼ਦੀਪ ਡਾਲੇ ਨੇ ਫਿਲੀਪੀਨਸ ਦੇ ਵਿੱਚ ਅਜੇ ਵੀ ਦਰਜਨਾਂ ਦੀ ਗਿਣਤੀ ਦੇ ਵਿੱਚ ਹੋਰ ਅਜਿਹੇ ਨੌਜਵਾਨ ਹੈਗੇ ਨੇ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਆਪਣੇ ਨਾਲ ਜੋੜਿਆ ਹੋਇਆ ਹੈ। ਮਨਪ੍ਰੀਤ ਪੀਤੇ ਵਰਗੇ ਹੋਰ ਕਿੰਨੇ ਕੁ ਮੋਡਿਊਲ ਅਰਸ਼ਦੀਪ ਡਾਲਾ ਪਿਛਲੇ ਕੁਝ ਸਾਲਾਂ ਦਰਮਿਆਨ ਤਿਆਰ ਕਰ ਚੁੱਕੇ ਹੈ, ਕਿੰਨੇ ਕੁ ਹੋਰ ਨੌਜਵਾਨਾਂ ਨੂੰ ਭਟਕਾ ਚੁੱਕਾ ਹੈ, ਉਹਨਾਂ ਨੂੰ ਸੰਗਠਿਤ ਅਪਰਾਧ ਦੀ ਇਸ ਗਰਦ ਦੇ ਵਿੱਚ ਝੋਂਕ ਚੁੱਕਿਆ ਹੈ। ਇਸ ਚੀਜ਼ ਦਾ ਅੰਦਾਜ਼ਾ ਲੱਗਣਾ ਤਾਂ ਸ਼ੁਰੂ ਹੋ ਚੁੱਕਾ ਹੈ। ਲੇਕਿਨ ਜਿਵੇਂ ਕਿ ਮਨਪ੍ਰੀਤ ਪੀਤੇ ਦਾ ਇੱਕ ਕਲਾਸਿਕ ਐਗਜ਼ਾਮਪਲ ਹੈ, ਇੱਕ ਕੇਸ ਹੈ ਜਿੱਥੋਂ ਕਿ ਪਤਾ ਲੱਗਦਾ ਹੈ ਕਿ ਤੁਸੀਂ ਇਹਨਾਂ ਲੋਕਾਂ ਨੂੰ, ਇਹਨਾਂ ਛੋਟੇ-ਮੋਟੇ ਕ੍ਰਿਮੀਨਲਸ ਨੂੰ ਗੁਰਗਿਆਂ ਦੇ ਰੂਪ ਵਿੱਚ ਪਹਿਲਾਂ ਤਾਂ ਉਭਾਰਦੇ ਹੋ, ਲੇਕਿਨ ਜਦੋਂ ਇਹਨਾਂ ਦੇ ਆਪਣੇ ਸੰਪਰਕ, ਇਹਨਾਂ ਦੇ ਆਪਣੇ ਸੰਬੰਧ ਉਹਨਾਂ ਵੱਡੇ ਮਾਸਟਰਮਾਈਂਡਸ ਦੇ ਨਾਲ ਜੁੜ ਜਾਂਦੇ ਨੇ, ਬਿਲਾਲ ਸੰਧੂ ਵਰਗਿਆਂ ਦੇ ਨਾਲ, ਪਾਕਿਸਤਾਨ ਦੇ ਵਿੱਚ ਜਦੋਂ ਸੰਪਰਕ ਜੁੜ ਜਾਂਦੇ ਨੇ, ਫਿਲੀਪੀਨਸ ਦੇ ਵਿੱਚ ਇਹਨਾਂ ਨੂੰ ਇਹੋ ਜਿਹੇ ਲੋਕ ਮਿਲ ਜਾਂਦੇ ਹੈਗੇ ਨੇ ਜੋ ਕਿ ਇਹਨਾਂ ਨੂੰ ਆਪਣੇ ਪੱਧਰ ਉੱਤੇ ਵੀ ਅਪਰਾਧ ਕਰਨ ਲਈ ਪ੍ਰੇਰਿਤ ਕਰ ਸਕਦੇ ਨੇ, ਜਾਂ ਫਿਰ ਇਹਨਾਂ ਲਈ ਇੱਕ ਕਾਰਨ ਹੋ ਸਕਦੇ ਨੇ ਕਿ ਆਪਣੇ ਸਬ ਗੈਂਗ ਚਲਾਉਣ, ਜਿਸ ਤੋਂ ਬਾਅਦ ਕਿ ਇਹਨਾਂ ਦੇ ਆਪਣੇ ਗੋਡਫਾਦਰ ਦੇ ਨਾਲ ਹੀ ਝਗੜੇ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਡਿਫਰੈਂਸਿਸ ਸ਼ੁਰੂ ਹੋ ਜਾਂਦੇ ਨੇ। ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਨੇ, ਇੱਕ ਬਹੁਤ ਵੱਡਾ ਐਗਜ਼ਾਮਪਲ ਵੀ ਹੈ ਤੇ ਇੱਕ ਸਮਝਣ ਦਾ ਵਿਸ਼ਾ ਵੀ ਹੈ ਕਿ ਸੰਗਠਿਤ ਅਪਰਾਧ ਦੇ ਵਿੱਚ ਅੱਜ ਵੀ ਅਜਿਹੇ ਨੌਜਵਾਨ ਜੋ ਕਿ ਕੁਝ ਕਰ ਨਹੀਂ ਪਾ ਰਹੇ, ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਨੌਕਰੀਆਂ ਨਹੀਂ, ਪੜ੍ਹਾਈ ਲਿਖਾਈ ਉੱਡੀ ਨਹੀਂ ਹੈਗੀ ਹੈ, ਛੋਟੇ-ਮੋਟੀ ਅਪਰਾਧਿਕ ਵਾਰਦਾਤਾਂ ਤੋਂ ਬਾਅਦ ਅਪਰਾਧ ਜਗਤ ਦੇ ਵਿੱਚ ਐਂਟਰੀ ਕਰਨ ਵਾਲੇ ਇਹ ਨੌਜਵਾਨਾਂ ਕੋਲ ਹੋਰ ਕੋਈ ਵਾਪਸੀ ਦਾ ਰਸਤਾ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਇਹ ਇਸ ਦਲਦਲ ਦੇ ਵਿੱਚ ਧੱਸਦੇ ਜਾਂਦੇ ਹੈਗੇ ਨੇ। ਸੋ ਇਸ ਤਰੀਕੇ ਦੇ ਨੌਜਵਾਨਾਂ ਨੂੰ ਅਪਰਾਧ ਦੇ ਜਗਤ ਤੋਂ, ਸੰਗਠਿਤ ਅਪਰਾਧ ਖਾਸ ਕਰਕੇ ਇਸ ਤਰੀਕੇ ਦੇ ਜਿਹੜੇ ਗੋਡਫਾਦਰ ਹੈਗੇ ਨੇ ਅਰਸ਼ਦੀਪ ਡਾਲੇ ਵਰਗੇ, ਇਹਨਾਂ ਤੋਂ ਬਚਾਉਣ ਦੀ ਸਖਤ ਜ਼ਰੂਰਤ ਹੈ। ਸੋ ਜਿੱਥੇ ਇੱਕ ਪਾਸੇ ਇਨਵੈਸਟੀਗੇਸ਼ਨ ਏਜੰਸੀਆਂ, ਸੁਰੱਖਿਆ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ, ਦਬਿਸ਼ ਦੇ ਜ਼ਰੀਏ, ਛਾਪੇਮਾਰੀ ਦੇ ਜ਼ਰੀਏ, ਸਖਤੀ ਦੇ ਜ਼ਰੀਏ ਜਿੱਥੇ ਇਹਨਾਂ ਦੇ ਖਿਲਾਫ ਕਾਰਵਾਈਆਂ ਦੇ ਸਿਲਸਿਲੇ ਅੱਗੇ ਤੁਰਦੇ ਨੇ, ਉੱਥੇ ਹੀ ਕਰੈਕਸ਼ਨ, ਐਜੂਕੇਸ਼ਨ ਤੇ ਮੋਟੀਵੇਸ਼ਨ ਨੌਜਵਾਨਾਂ ਨੂੰ, ਖਾਸ ਕਰਕੇ ਉਹ ਨੌਜਵਾਨ ਜੋ ਕਿ ਬਾਰਡਰ ਲਾਈਨ ਦੇ ਉੱਤੇ, ਹਾਸ਼ੀਏ ਦੇ ਉੱਤੇ ਹੈਗੇ ਨੇ। ਆਮ ਨੌਜਵਾਨ ਨੇ ਅਪਰਾਧ ਦੀ ਦੁਨੀਆ ਦੇ ਵਿੱਚ ਨਹੀਂ ਜਾਣਾ ਹੁੰਦਾ, ਲੇਕਿਨ ਬਾਰਡਰ ਲਾਈਨ ਦੇ ਉੱਤੇ ਬਹੁਤ ਅਜਿਹੇ ਨੌਜਵਾਨ ਹੈਗੇ ਨੇ ਜਿਨ੍ਹਾਂ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ ਮੁੱਖ ਧਾਰਾ ਦੇ ਵਿੱਚ। ਜੇ ਅਸੀਂ ਉਹਨਾਂ ਬਾਰੇ ਚਿੰਤਿਤ ਨਹੀਂ ਹਾਂ, ਅਸੀਂ ਉਹਨਾਂ ਬਾਰੇ ਨਹੀਂ ਸੋਚਾਂਗੇ ਤਾਂ ਸਮਾਂ ਦੂਰ ਨਹੀਂ ਜਦੋਂ ਮਨਪ੍ਰੀਤ ਪੀਤੇ ਵਰਗੇ ਇੰਨੇ ਕੁ ਮੋਡਿਊਲ ਹੋਣਗੇ, ਦੁਨੀਆ ਦੇ ਇੰਨੇ ਕੋਨਿਆਂ ਦੇ ਵਿੱਚ ਬੈਠ ਕੇ ਆਪਰੇਟ ਕਰ ਰਹੇ ਹੋਣਗੇ, ਜੋ ਕਿ ਕਰ ਵੀ ਰਹੇ ਨੇ, ਜੋ ਕਿ ਸਾਡੇ ਕੰਟਰੋਲ ਤੋਂ ਹੀ ਬਾਹਰ ਹੋਣਗੇ। ਇਹ ਇੱਕ ਸਮਾਜ ਲਈ ਇੱਕ ਚੰਗਾ ਸੰਕੇਤ ਤੇ ਸਿਗਨਲ ਨਹੀਂ ਹੈ। ਸੋ ਇਸ ਟ੍ਰੈਂਡ ਨੂੰ ਨੇੜਤਾ ਤੋਂ ਵਾਚਣ ਦੀ ਲੋੜ ਹੈ ਤੇ ਪਾਲਿਸੀ ਮੇਕਰਸ, ਨੀਤੀਆਂ ਘੜਨ ਵਾਲੇ ਲੋਕਾਂ ਨੂੰ ਸਿਰਫ ਅਪਰਾਧ ਦੇ ਐਂਗਲ ਤੋਂ ਹੀ ਇਹਨਾਂ ਕੇਸਾਂ ਨੂੰ ਦੇਖਣ ਦੀ ਲੋੜ ਨਹੀਂ ਹੈ, ਬਲਕਿ ਹਿਊਮੈਨਿਟੇਰੀਅਨ ਐਂਗਲ ਤੋਂ ਵੀ ਇਸ ਪੂਰੀ ਦੀ ਪੂਰੀ ਸਮੱਸਿਆ ਨੂੰ ਦੇਖਣਾ ਸਮਝਣਾ ਬਹੁਤ ਜ਼ਰੂਰੀ ਹੈ, ਜਿਸ ਤੋਂ ਬਗੈਰ ਕੋਈ ਚਾਰਾ ਨਹੀਂ ਹੈ ਕਿ ਆਪਾਂ ਫਾਈਨੈਲਿਟੀ ਦੇ ਵਿੱਚ ਇਸ ਸਮੱਸਿਆ ਦਾ ਹੱਲ ਕੱਢ ਪਾਈਏ। ਸੋ ਅੱਜ ਦੀ ਰਿਪੋਰਟ ਦੇ ਵਿੱਚ ਇਹੀ ਕੁਝ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ ਸਾਂ। ਜੇ ਕੋਈ ਫੀਡਬੈਕ ਹੋਏ ਤੁਸੀਂ ਜ਼ਰੂਰ ਸਾਂਝੀ ਕਰੋ। ਅਗਲੀ ਰਿਪੋਰਟ ਬਹੁਤ ਛੇਤੀ ਕੱਲ੍ਹ ਹੀ ਤੁਹਾਡੇ ਸਾਹਮਣੇ ਲੈ ਕੇ ਫਿਰ ਹਾਜ਼ਰ ਹੋਵਾਂਗਾ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ।